ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸਤ ਸੰਗਤ ਜੀਓ, ਆਪ ਇਸ ਵੇਲੇ ਸਾਹਿਬੇ ਆਲਮ ਨੇਕ ਕਲੰਕ ਧਰਮਾ ਕਲਕੀ ਅਵਤਾਰ 24 ਦੇ ਚਰਨਾਂ ਵਿੱਚ ਸੁਸ਼ੋਭਿਤ ਹੋ। ਅੱਜ ਫੱਗਣ ਦਾ ਪਹਿਲਾ ਪ੍ਰਵਿਸ਼ਟਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਪਾਤਸ਼ਾਹ ਆਪਣੇ ਗੁਰਸਿੱਖਾਂ ਭਗਤਾਂ ਲਈ ਇਹ ਮਹੀਨਾ ਬੜਾ ਆਨੰਦ ਭਰਿਆ ਹੋਵੇ। ਸਾਹਿਬ ਸੱਚੇ ਪਾਤਸ਼ਾਹ ਨੇ ਗੁਰਅਵਤਾਰ ਪੈਗੰਬਰਾਂ ਦੀਆਂ ਪਛੀਨ ਗੋਈਆਂ ਮੁਤਾਬਕ ਮਾਤ ਲੋਕ ਵਿੱਚ ਆ ਕੇ ਆਪਣਾ ਪ੍ਰਗਟਾਵਾ ਆਪ ਕੀਤਾ ਤੇ ਦੁਨੀਆ ਦੀਆਂ ਸਟੇਜਾਂ 'ਤੇ ਖੜ੍ਹੇ ਹੋ ਕੇ ਦੁਨੀਆ ਵਾਲਿਆਂ ਨੂੰ ਕਿਹਾ, ਧਰਮ ਸਟੇਜ 'ਤੇ ਪੁਰਖ ਅਕਾਲ ਵੇਖੋ ਪ੍ਰਤੱਖ, ਲੁਕਿਆ ਰਹਿਣ ਕੋਏ ਨਾ ਪਾਈਆ। ਪਾਤਸ਼ਾਹ ਨੇ ਫਿਰ ਕਿਹਾ, ਪੂਰਨ ਪਰਮੇਸ਼ਵਰ ਬਣਿਆ ਆਪ ਪਰਮੇਸ਼ਵਰ ਪੂਰਨ ਵਿੱਚ ਸਮਾਈਆ। ਪੂਰਨ ਕਰੇ ਨਾ ਕਿਸੇ ਦਾ ਪਾਠ, ਪਰਮੇਸ਼ਵਰ ਪੜ੍ਹਨ ਕਿਤੇ ਨਾ ਜਾਈਆ। ਪੂਰਨ ਪਰਮੇਸ਼ਵਰ ਕਹਿਣਾ ਨਹੀਂ ਦੋਸ਼, ਪਰਮੇਸ਼ਵਰ ਪੂਰਨ ਰੰਗ ਵਿਖਾਈਆ। ਸੱਚਖੰਡ ਜੋ ਬੈਠਾ ਰਿਹਾ ਖਮੋਸ਼, ਖਾਮਖਾ ਆਪਣੀ ਕਥਾ ਰਿਹਾ ਸੁਣਾਈਆ। ਖਾਮਖਾ ਭਗਤਾਂ ਨੂੰ ਫੜ ਫੜ ਕੇ ਸਾਹਿਬ ਸੱਚੇ ਪਾਤਸ਼ਾਹ ਨੇ ਘਰ ਘਰ ਜਾ ਕੇ ਆਪਣੀ ਕਥਾ, ਆਪਣੀ ਹਰਬਾਣੀ ਭਗਤਾਂ ਦੇ ਘਰ ਘਰ ਜਾ ਕੇ ਲਿਖਾਈ ਤੇ ਉਹਨਾਂ ਦੇ ਲੈਣੇ ਦੇਣੇ ਪੂਰੇ ਕੀਤੇ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਜਿਹੜਾ ਧਰਮ ਸੰਮੇਲਨ ਜਿੱਥੇ ਕਿਹਾ ਸੀ ਕਿ ਧਰਮ ਸਟੇਜ 'ਤੇ ਪੁਰਖ ਅਕਾਲ ਵੇਖੋ ਪ੍ਰਤੱਖ, ਉਹ 4 ਫਰਵਰੀ 1970 ਦਾ ਸੀ। 1968 ਨੂੰ ਪਾਤਸ਼ਾਹ ਨੇ ਇੱਥੇ ਜੇਠੂਵਾਲ ਵਿਖੇ ਧਰਮ ਸੰਮੇਲਨ ਕੀਤਾ, 10-11 ਜਨਵਰੀ 1968 ਨੂੰ। ਉਸ ਤੋਂ ਪਹਿਲਾਂ ਜੋ ਸੁਸ਼ੀਲ ਮੁਨੀ ਸੀ, ਸੁਸ਼ੀਲ ਮੁਨੀ ਜੀ ਜੈਨ ਧਰਮ ਦੇ ਮੁਖੀ ਸਨ। ਉਹ ਜੋ ਧਰਮ ਸੰਮੇਲਨ ਜੇਠੂਵਾਲ ਹੋਇਆ ਇੱਥੇ ਵੀ ਆਏ ਸਨ ਤੇ ਦਿੱਲੀ ਵੀ ਧਰਮ ਸੰਮੇਲਨ ਦੇ ਸਟੇਜ 'ਤੇ ਬੈਠੇ ਸਨ। ਪਾਤਸ਼ਾਹ ਜਦੋਂ ਸੁਸ਼ੀਲ ਮੁਨੀ ਜੀ ਆਏ, ਉਹਨਾਂ ਨੇ ਦੇਖਿਆ ਕਿ ਅਹਿਮਦਗੜ੍ਹ ਮੰਡੀ ਉਹਨਾਂ ਨੇ ਜੈਨ ਧਰਮ ਦਾ ਇੱਕ ਉਦਘਾਟਨ ਕੀਤਾ ਤੇ ਪਾਤਸ਼ਾਹ ਜੀ ਨੂੰ ਵੀ ਉੱਥੇ ਬੁਲਾਇਆ। 3 ਪੋਹ ਸ਼ਹਿੰਸੀ ਸੰਮਤ 3 ਨੂੰ ਅਹਿਮਦਗੜ੍ਹ ਮੰਡੀ ਜੋ ਲੁਧਿਆਣਾ ਮਲੇਰਕੋਟਲਾ ਦੇ ਕੋਲੇ ਹੈ, ਅਹਿਮਦਗੜ੍ਹ ਮੰਡੀ, ਉੱਥੇ ਆਪਣੀ ਬ੍ਰਾਂਚ ਦਾ ਉਦਘਾਟਨ ਕਰਨ ਆਏ ਸਨ ਤੇ ਪੂਰਨ ਪਰਮੇਸ਼ਵਰ ਜੀ ਉੱਥੇ ਪਹੁੰਚਦੇ ਹਨ ਤੇ ਹਰਬਾਣੀ ਪ੍ਰਭ ਨੇ ਸਿੰਘਾਸਣ 'ਤੇ ਬੈਠ ਕੇ ਹਰਬਾਣੀ ਲਿਖਾਈ। ਉੱਥੇ ਸੁਸ਼ੀਲ ਮੁਨੀ ਜੈਨੀਆਂ ਦੇ ਸੰਮੇਲਨ ਵਿੱਚ ਪਾਤਸ਼ਾਹ ਕੀ ਕਹਿੰਦੇ ਹਨ, ਇਹ ਉਦਘਾਟਨ, ਇਹ ਬਾਟਨ ਖੋਲੇ ਕਪਾਟਨ, ਇਹ ਉਦਘਾਟਨ, ਇਹ ਬਾਟਨ ਖੋਲੇ ਕਪਾਟਨ, ਭੇਵ ਦੱਸੇ ਬਾਤਨ ਜਹਰ ਬੈਠਾ ਨਜ਼ਰੀ ਆਈਆ। ਭੇਵ ਦੱਸੇ ਬਾਤਨ ਜਹਰ ਬੈਠਾ ਨਜ਼ਰੀ ਆਈਆ। ਸਭ ਦੇ ਸਾਹਮਣੇ ਕਿੱਥੇ ਬੈਠਾ ਸੀ? ਸਭ ਦੇ ਸਾਹਮਣੇ ਸੱਚ ਸਿੰਘਾਸਣ, ਪੁਰਖ ਵਿਨਾਸ਼ਨ, ਨਿਰਗੁਣ ਧਾਰ, ਸਰਗੁਣ ਉਜਿਆਰ ਹੋ ਕੇ ਬੈਠਾ ਮਲ। ਸੱਚ ਸਿੰਘਾਸਣ ਬੈਠਾ, ਨਿਰਗੁਣ ਧਾਰ ਨੇ ਸਰਗੁਣ ਹੋ ਕੇ ਸੱਚ ਸਿੰਘਾਸਣ ਦੇ ਉੱਤੇ ਉੱਥੇ ਅਹਿਮਦਗੜ੍ਹ ਮੰਡੀ ਸਭ ਦੇ ਸਾਹਮਣੇ ਸੱਚ ਸਿੰਘਾਸਣ, ਪੁਰਖ ਵਿਨਾਸ਼ਨ, ਨਿਰਗੁਣ ਧਾਰ, ਸਰਗੁਣ
ਉਜਿਆਰ ਹੋ ਕੇ ਬੈਠਾ ਮਲ, ਪੇਖ ਕੇ ਵੇਖ ਕੇ ਦੇਖ ਕੇ, ਇਹ ਸਾਰੀਆਂ ਚੀਜ਼ਾਂ ਵਰਤ ਲਈਆਂ। ਪੇਖ ਕੇ ਵੇਖ ਕੇ ਦੇਖ ਕੇ, ਸੰਦੇਸ਼ ਵਿੱਚ ਨਰੇਸ਼ ਨਰ ਇੱਕੋ ਇੱਕ ਨਜ਼ਰੀ ਆਈ ਹੈ। ਵੇਖ ਕੇ ਪੇਖ ਕੇ ਦੇਖ ਕੇ, ਸੰਦੇਸ਼ ਵਿੱਚ ਜੋ ਸੰਦੇਸ਼ ਦੇ ਰਿਹਾ ਹੈ ਉਹ ਇੱਕ ਨਰੇਸ਼ ਹੈ, ਨਰ ਇੱਕੋ ਇੱਕ ਨਜ਼ਰੀ ਆਈ ਆ। ਸੋ ਉੱਥੇ ਜੈਨ ਧਰਮ ਦੇ ਸੰਮੇਲਨ ਵਿੱਚ ਪਾਤਸ਼ਾਹ ਨੇ ਉੱਥੇ ਪ੍ਰਗਟਾਵਾ ਆਪਣਾ ਆਪ ਕੀਤਾ। ਨਰ ਨਰੇਸ਼ ਨੇ ਸਿੰਘਾਸਣ 'ਤੇ ਬੈਠ ਕੇ ਕਿ ਸਭ ਦੇ ਸਾਹਮਣੇ ਉਹ ਸੱਚ ਸਿੰਘਾਸਣ ਬੈਠਾ ਮਲ। ਪ੍ਰਭੂ ਜੀ ਕਹਿੰਦੇ ਹਨ ਕਿ ਪ੍ਰਭੂ ਮਿਲਣ ਦੀ ਇੱਕੋ ਯੁਗਤੀ ਹੈ। ਉਹ ਯੁਗਤੀ ਹਰ ਬਾਣੀ 'ਚ ਪਾਤਸ਼ਾਹ ਦੱਸ ਰਹੇ ਹਨ, ਜਨ ਭਗਤੋ ਪ੍ਰਭੂ ਮਿਲਣ ਦੀ ਇੱਕੋ ਯੁਗਤੀ ਜੁਗ ਜੁਗ ਚੱਲੀ ਆਈ ਆ। ਕਿਹੜੀ ਯੁਗਤੀ ਹੈ? ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈ ਆ। ਜਿਹੜਾ ਫੁਰਤੀ ਜਦੇ ਆ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਦੇਵੇ। ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈ ਆ। ਸਦਾ ਜੁੜੀ ਰਹੇ ਸੁਰਤੀ, ਜੋ ਹਿਰਦੇ ਹਰ ਹਰ ਗਾਈ ਆ। ਉਹਦੀ ਸੁਰਤੀ ਸਦਾ ਪ੍ਰਭ ਦੇ ਨਾਲ ਜੁੜੀ ਰਹਿੰਦੀ ਹੈ ਤੇ ਹਿਰਦੇ ਵਿੱਚ ਉਹ ਹਰ ਹਰ ਗਾਉਂਦਾ ਫਿਰਦਾ ਹੈ। ਮੁਹੱਬਤ ਬਣੀ ਰਹੇ ਧੁਰ ਦੀ, ਧੁਰ ਦੀ ਧਾਰ ਨਾਲ ਪਰਨਾਈ ਆ। ਇਹ ਖੇਲ ਸੱਚੇ ਸਤਿਗੁਰੂ ਦੀ, ਵਿਛੜਿਆ ਰਿਹਾ ਮਲਾਈ ਆ। ਇਹ ਖੇਲ ਸੱਚੇ ਸਤਿਗੁਰੂ ਦੀ, ਜੋ ਵਿਛੜਿਆ ਰਿਹਾ ਮਲਾਈ ਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ, ਸਦ ਭਾਣੇ ਵਿੱਚ ਰਖਾਈ ਆ। ਸੋ ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਸਮਝੋ ਉਹ ਪ੍ਰਭ ਨੂੰ ਮਿਲ ਰਿਹਾ ਹੈ। ਮਾਘ ਕਹੇ ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ, ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ। ਕਿਵੇਂ ਕਰਦੇ ਬਦਨਾਮੀ ਸਤਿਗੁਰ ਦੀ? ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈ ਆ। ਪੜ੍ਹ ਕੇ ਸੁਣ ਕੇ, ਸੁਣਦੇ ਵੀ ਰਹਿੰਦੇ ਹਰ ਬਾਣੀਆਂ 'ਚ। ਕਿੱਥੇ ਸੰਮੇਲਨ ਕੋਟੇ ਹੋ ਰਿਹਾ ਹੈ, ਚਾਹੇ ਇਟਾਰਸੀ ਹੋ ਰਿਹਾ ਹੈ, ਕਿਤੇ ਵੀ ਹੋ ਰਿਹਾ, ਉੱਥੇ ਗੁਰਸਿੱਖ ਉੱਚੀ ਉੱਚੀ ਬੋਲ ਬੋਲ ਕੇ ਦੱਸਦੇ ਹਨ ਕਿ ਇਹ ਪੂਰਨ ਪਰਮੇਸ਼ਵਰ ਇਹ ਹੈ। ਪੂਰਨ ਪਰਮੇਸ਼ਵਰ ਬਣਿਆ ਆਪ, ਇਸ ਤੋਂ ਵੱਡਾ ਨਹੀਂ ਭਗਵਾਨ, ਇਸ ਤੋਂ ਪਰੇ ਨਹੀਂ ਰਾਮ, ਇਸ ਤੋਂ ਉੱਪਰ ਨਹੀਂ ਕਾਨ। ਇਹ ਸਭ ਦੱਸਦੇ ਨੇ। ਅਤੇ ਫਿਰ ਵੀ ਪ੍ਰਭ ਕਹਿੰਦੇ ਹਨ, ਜੋ ਬਿਨਾਂ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈ ਆ। ਇਹ ਗੁਰਮੁਖ ਨਹੀਂ। ਜਿਹੜੇ ਰਸਤਾ ਭੁੱਲ ਜਾਣ, ਪ੍ਰਭ ਦੀ ਸਿੱਖਿਆ ਭੁੱਲ ਜਾਣ, ਪ੍ਰਭ ਉਹਦੇ ਲਈ ਸ਼ਬਦ ਕੀ ਵਰਤਦੇ ਨੇ ਇਹ ਸੁਣ ਲੈਣਾ। ਉਹ ਗੁਰਮੁਖ ਨਹੀਂ, ਗੁਰੂ ਘਰ ਦੇ ਹਰਾਮੀ। ਉਹ ਗੁਰਮੁਖ ਨਹੀਂ, ਗੁਰੂ ਘਰ ਦੇ ਹਰਾਮੀ, ਬਦੀ ਸੁਦੀ ਨਾ ਕੋਈ ਅਖਵਾਈਆ। ਸੋ ਮੇਰੇ ਵੀਰੋ, ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਹੋਣਾ ਹੈ ਅਤੇ ਉਹਨਾਂ ਦੀ ਇਹ ਸਿੱਖਿਆ 'ਤੇ ਹੀ ਚੱਲਣਾ ਹੈ, ਕਿਉਂਕਿ ਭਗਵਾਨ ਆਪ ਮਾਤਲੋਕ ਵਿੱਚ ਆਏ ਹਨ। ਅੱਜ ਫੱਗਣ ਦਾ ਪਹਿਲਾ ਪ੍ਰਵਿਸ਼ਟਾ ਹੈ। ਤੁਹਾਡੇ ਨਾਲ ਫੱਗਣ ਦੀ ਹੀ ਲਿਖਤ ਸਾਂਝੀ ਕਰਦੇ ਹਾਂ। ਪਾਤਸ਼ਾਹ ਪਹਿਲੀ ਫੱਗਣ 2019 ਬਿਕਰਮੀ ਨੂੰ ਹਰ ਭਗਤਵਾਰ ਜੇਠੂਵਾਲ ਵਿਹਾਰ ਕਰ ਰਹੇ ਹਨ। ਉੱਥੇ ਗੁਰਅਵਤਾਰ ਪੈਗੰਬਰ ਵੀ ਆਏ ਹਨ ਅਤੇ ਜਨ ਭਗਤ ਵੀ ਬੈਠੇ ਹਨ। ਪਾਤਸ਼ਾਹ ਕੀ ਕਹਿੰਦੇ ਨੇ? ਗੁਰਅਵਤਾਰ ਕਰੋ ਵਿਚਾਰ, ਵਿਚਲਾ ਭੇਵ ਰਿਹਾ ਖਲਾਈਆ। ਪ੍ਰਭ ਆਪਣਾ ਵਿਚਲਾ ਭੇਵ ਖੋਲ ਰਿਹਾ ਹੈ। ਪੀਰ ਪੈਗੰਬਰ ਕਰੋ ਗੁਫਤਾਰ, ਗੁਫਤ ਸ਼ਨੀਦ ਮੁਰਸ਼ਦ ਮਰੀਦ ਆਪਣਾ ਪਰਦਾ ਲਾਈਆ। ਭਗਤ ਭਗਵਾਨ ਕਰੋ ਯਾਦ। ਭਗਤਾਂ ਨੂੰ ਵੀ ਕਹਿੰਦੇ ਹਨ ਅਤੇ ਗੁਰਅਵਤਾਰ ਪੈਗੰਬਰਾਂ ਨੂੰ ਵੀ ਕਹਿੰਦੇ ਹਨ ਕਿ ਵਿਚਾਰ ਕਰੋ। ਭਗਤਾਂ ਨੂੰ ਕੀ ਕਹਿੰਦੇ ਹਨ ਪ੍ਰਭ? ਭਗਤ ਭਗਵਾਨ ਕਰੋ ਯਾਦ, ਆਪਣੇ ਭਗਵਾਨ ਨੂੰ ਯਾਦ ਕਰੋ। ਸੁਣੇ ਫਰਿਆਦ ਜਿਸ ਰਚਨਾ ਰਚੀ ਯਾਦ, ਅੰਤਮ ਨਿਰਗੁਣ ਵੇਖਣ ਆਈ ਆ। ਉਹ ਨਿਰਗੁਣ ਦਾਤਾ ਤੁਹਾਨੂੰ ਵੇਖਣ ਆਇਆ ਹੈ, ਤੁਸੀਂ ਉਸ ਨੂੰ ਯਾਦ ਕਰੋ। ਉਹ ਤੁਹਾਡੀ ਫਰਿਆਦ ਸੁਣ ਲਈ ਆਇਆ ਹੈ, ਜਿਸ ਨੇ ਆਦ ਜਗਾਤ ਤੋਂ ਰਚਨਾ ਰਚੀ ਹੈ, ਰਚਨਾ ਦਾ ਮਾਲਕ ਹੈ, ਏਕ ਓਂਕਾਰ ਹੈ। ਅੱਗੇ ਕੀ ਕਹਿੰਦੇ ਹਨ? ਸਾਚੇ ਸੰਤ ਮੰਨੋ ਕੰਤ, ਸਾਚੇ ਸੰਤ ਮੰਨੋ ਕੰਤ ਪੂਰਨ ਭਗਵੰਤ। ਸਾਚੇ ਸੰਤ ਮੰਨੋ ਕੰਤ ਪੂਰਨ ਭਗਵੰਤ, ਲੇਖਾ ਜਾਣੇ ਜੀਵ ਜੰਤ 184 ਵਿੱਚ ਸਮਾਈਆ। ਕਿਹੜੇ ਭਗਵੰਤ ਨੂੰ ਮੰਨਣਾ ਹੈ? ਜਿਹੜਾ ਜੀਵ ਜੰਤ ਦਾ ਲੇਖਾ ਜਾਣਦਾ ਹੈ ਅਤੇ 184 ਵਿੱਚ ਸਮਾਇਆ ਰਹਿੰਦਾ ਹੈ। ਧਿਆਨ ਕਰੋ ਗੁਰਮੁਖ, ਧਿਆਨ ਕਰੋ, ਆਪਣੀ ਸੁਰਤੀ ਖੋਲ੍ਹੋ। ਪਾਤਸ਼ਾਹ ਕਹਿੰਦੇ ਹਨ ਧਿਆਨ ਕਰੋ ਗੁਰਮੁਖ, ਦੂਈ ਦਵਾਇਤ ਮਿਟਾਓ ਦੁੱਖ,
ਮਾਇਆ ਮਮਤਾ ਮਿਟੇ ਭੁੱਖ, ਸਫਲ ਹੋਏ ਮਾਤ ਕੁੱਖ, ਸੁਖ ਸਤਿਗੁਰ ਇੱਕੋ ਨਜ਼ਰੀ ਆਈ ਆ। ਜੇ ਉਸਦੇ ਹੋ ਜਾਂਦੇ ਹੋ, ਉਹਦੇ ਵੱਲ ਧਿਆਨ ਕਰਦੇ ਹੋ, ਮਾਇਆ ਮਮਤਾ ਦੀ ਭੁੱਖ ਮਿਟ ਜਾਂਦੀ ਹੈ, ਸਫਲ ਹੋ ਜਾਂਦੀ ਹੈ ਮਾਤਾ ਦੀ ਕੁੱਖ ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ, ਸੁਖ ਸਤਿਗੁਰ ਇੱਕੋ ਨਜ਼ਰੀ ਆਈ ਆ। ਇੱਕ ਇੱਥੇ ਕੀ ਕਿਹਾ ਸੀ? ਧਿਆਨ ਕਰੋ ਗੁਰਮੁਖ, ਦੂਈ ਦਵੈਤ ਮਟਾਓ ਦੁੱਖ। ਦੂਈ ਦਵੈਤ, ਕਿਸੇ ਨਾਲ ਨਫ਼ਰਤ ਕਰਨੀ, ਕਿਸੇ ਨਾਲ ਈਰਸ਼ਾ ਕਰਨੀ। ਅਤੇ ਸਾਨੂੰ ਇਹ ਕਹਿੰਦਿਆਂ ਬੜਾ ਦੁੱਖ ਹੁੰਦਾ ਹੈ ਕਿ ਗੁਰਸਿੱਖ ਨਾਲ ਪਿਆਰ ਕਰਨ ਦੀ ਬਜਾਏ, ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖ ਨਾਲ ਕਰਨਾ ਪਿਆਰ, ਗੁਰਮੁਖ ਵਿੱਚ ਸਮਾਈ ਆ। ਗੁਰਸਿੱਖ ਨਾਲ ਪਿਆਰ ਕਰਨ ਦੀ ਬਜਾਏ ਈਰਖਾ ਕਰਦੇ ਨੇ, ਬੈਰ ਵਿਰੋਧ ਕਰਦੇ ਨੇ। ਓਏ ਮੈਨੂੰ ਟਾਈਮ ਨਹੀਂ ਦਿੱਤਾ, ਇਹਨੂੰ ਟਾਈਮ ਜ਼ਿਆਦਾ ਦਿੱਤਾ, ਇਹਦੀ ਗੱਲ ਜ਼ਿਆਦਾ ਕਿਉਂ ਕਹਿੰਦਾ, ਮੈਨੂੰ ਕਿਉਂ ਨਹੀਂ ਟਾਈਮ ਦਿੱਤਾ, ਮੈਂ ਸਾਹਮਣੇ ਬੈਠਾ ਰਿਹਾ। ਮੇਰੇ ਵੀਰੋ, ਇਸ ਤਰ੍ਹਾਂ ਦੀ ਈਰਖਾ ਛੱਡ ਦਿਓ, ਕਿਉਂਕਿ ਪਾਤਸ਼ਾਹ ਨੇ ਸ਼ਬਦ ਲਿਖਾਇਆ ਹੈ, ਧਿਆਨ ਨਾਲ ਸੁਣਨਾ। ਗੁਰਸਿੱਖ ਨਾਲ ਕਦੇ ਨਾ ਹੋਵੇ ਨਾਰਾਜ਼ ਹੋ ਗਿਆ ਕਿ ਮੈਨੂੰ ਟਾਈਮ ਹੀ ਨਹੀਂ ਦਿੱਤਾ। ਲੈ, ਉਹ ਪਾਤਸ਼ਾਹ ਨੇ ਕੀ ਕਿਹਾ? ਸਰੋਤੇ ਬਣੋ, ਸਰੋਤੇ। ਪਾਤਸ਼ਾਹ ਨੇ ਕਹੇ, ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਜੋ ਪ੍ਰਭ ਦਾ ਨਾਮ ਸ਼ਬਦ ਸੁਣ ਕੇ ਆਪਣੇ ਅੰਦਰ ਖੁਸ਼ੀ ਰਹੇ ਪ੍ਰਗਟਾਈ ਆ। ਵਾਹ ਕਰਦੇ ਨੇ ਸਤਿਗੁਰ ਨੂੰ, ਵਾਹ ਸਤਿਗੁਰ ਤੂੰ ਇੰਨੀ ਵਧੀਆ ਹਰ ਬਾਣੀ ਲਿਖਾਈ। ਗੁਰਸਿੱਖ ਦੱਸ ਰਹੇ ਨੇ, ਸੋ ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਜੋ ਪ੍ਰਭ ਦਾ ਨਾਮ ਸ਼ਬਦ ਸੁਣ ਕੇ ਆਪਣੇ ਅੰਦਰ ਖੁਸ਼ੀ ਰਹੇ ਪ੍ਰਗਟਾਈ ਆ। ਮੇਰੇ ਵੀਰੋ ਸੁਣੋ, ਧਿਆਨ ਕਰੋ ਗੁਰਮੁਖ, ਦੂਈ ਦਵੈਤ ਮਟਾਓ ਦੁੱਖ, ਮਾਇਆ ਮਮਤਾ ਮਿਟੇ ਭੁੱਖ, ਸਫਲ ਹੋਏ ਮਾਤ ਕੁੱਖ, ਸੁਖ ਸਤਿਗੁਰ ਇੱਕੋ ਨਜ਼ਰੀ ਆਈ ਆ। ਗੁਰਸਿੱਖ ਚਰਨ ਜਾਏ ਝੁਕ, ਅੱਗੇ ਪੈਂਡਾ ਜਾਏ ਮੁੱਕ, ਨਜ਼ਰੀ ਆਏ ਜੋ ਬੈਠਾ ਲੁਕ। ਜੇ ਉਹਦੇ ਚਰਨਾਂ ਝੁਕ ਜਾਂਦੇ ਹੋ, ਤੁਹਾਡਾ ਪੈਂਡਾ ਮੁੱਕ ਜਾਂਦਾ ਹੈ। ਨਜ਼ਰੀ ਆਏ ਜੋ ਬੈਠਾ ਲੁਕ, ਆਤਮ ਅੰਦਰ ਪਰਦਾ ਲਾਈ ਆ। 184 ਲਏ ਪੁੱਛ, ਖਾਲੀ ਹੱਥ ਰੋਵਣ ਕੋਲ ਨਾ ਕੁਛ, ਨਾਤਾ ਟੁੱਟਿਆ ਸੱਚ ਸੁੱਚ, ਕੂੜੀ ਕਿਰਿਆ ਜਗਤ ਕੜਮਾਈ ਆ। 184 ਦੀ ਕੀ ਹੈ? ਉਹ ਰੋਂਦੇ ਫਿਰਦੇ ਨੇ ਕੂੜੀ ਕਿਰਿਆ ਦੇ ਵਿੱਚ। ਅੱਗੇ ਪਾਤਸ਼ਾਹ ਕੀ ਕਹਿੰਦੇ ਨੇ? ਬਿਨ ਗੋਬਿੰਦ ਸੱਚਾ ਨਜ਼ਰ ਨਾ ਆਏ ਕੋਈ ਪੁੱਤ। ਪਾਤਸ਼ਾਹ ਨੇ ਕਿਸ ਨੂੰ ਆਪਣਾ ਪੁੱਤ ਬਣਾਇਆ? ਗੋਬਿੰਦ ਨੂੰ। ਪਾਤਸ਼ਾਹ ਕੀ ਕਹਿੰਦੇ ਨੇ? ਬਿਨ ਗੋਬਿੰਦ ਸੱਚਾ ਨਜ਼ਰ ਨਾ ਆਏ ਕੋਈ ਪੁੱਤ, ਖੇਲੇ ਖੇਲ ਵਿਨਾਸ਼ੀ ਚੁੱਤ, ਕਲਯੁਗ ਵੇਖੇ ਮੌਲੀ ਰੁੱਤੜੀਆ ਮਹਿਕਾਈਆ, ਨਿਰਗੁਣ ਦਾਤਾ ਪਏ ਉੱਠ, ਭਗਤਾਂ ਉੱਪਰ ਜਾਏ ਤੁੱਠ, ਅੰਮ੍ਰਿਤ ਜਾਮ ਦੇਵੇ ਕੁੱਟ, ਆਵਣ ਜਾਵਣ ਜਾਏ ਛੁੱਟ, 184 ਫੰਦ ਕਟਾਈਆ। ਜੇ ਉਹਦੇ ਹੋ ਜਾਂਦੇ ਹੋ, ਪਾਤਸ਼ਾਹ ਸਭ ਕੁਝ ਕਹਿ ਰਹੇ, ਅਤੇ ਤੁਹਾਡੇ 'ਤੇ ਮੈਂ ਟੁੱਟ ਜਾਵਾਂਗਾ, ਭਗਤਾਂ ਦੇ ਉੱਤੇ ਟੁੱਟ ਕੇ ਉਹਨਾਂ ਨੂੰ ਅੰਮ੍ਰਿਤ ਜਾਮ ਦੇ ਦੇਵਾਂਗਾ ਅਤੇ ਆਵਣ ਜਾਵਣ ਦਾ ਝਗੜਾ ਖਤਮ ਕਰ ਦੇਵਾਂਗਾ। ਕਲਯੁਗ ਜੜ ਦੇਵੇ ਪੁੱਟ, 100 ਦਰਿਆ ਦੇਵੇ ਸੁੱਟ, ਮੁੜ ਕੇ ਫੇਰ ਨਾ ਸਕੇ ਉੱਠ। ਜਿਹੜੀ ਕਲਯੁਗ ਦੀ ਜੜ ਹੈ, 100 ਦਰਿਆ ਸੁੱਟ ਦੇਣੀ ਹੈ। ਪਾਤਸ਼ਾਹ ਕਹਿੰਦਾ ਮੁੜ ਕੇ ਫਿਰ ਉੱਠ ਨਹੀਂ ਸਕਦਾ ਮੇਰੇ ਭਗਤਾਂ ਲਈ। ਤਾਂ ਪਾਤਸ਼ਾਹ ਨੇ ਤਾਂ ਕਲਯੁਗ ਤੋਂ ਸਤਯੁਗ ਲਗਾ ਦਿੱਤਾ ਤੁਹਾਡੇ ਲਈ। ਮੁੜ ਕੇ ਫੇਰ ਨਾ ਸਕੇ ਉੱਠ, ਸਤਯੁਗ ਬੱਚਾ ਲਏ ਜਗਾਈ ਆ। ਕੂੜੀ ਕਿਰਿਆ ਕੱਢੇ ਕੁੱਟ, ਨਾਰ ਦੁਹਾਗਣ ਵੱਡੇ ਗੁੱਤ। ਦੁਹਾਗਣ ਨਾਰ ਕੌਣ ਹੈ? ਦੁਹਾਗਣ ਜਿਹੜੀ ਇੱਕ ਦੀ ਨਹੀਂ ਹੁੰਦੀ, ਜਿਹੜੀ ਇੱਕ ਨੂੰ ਨਹੀਂ ਮੰਨਦੀ। ਇੱਕ ਨਹੀਂ, ਦੋ ਤਿੰਨ ਦੇ ਸਰੂਪ ਸਿੰਘਾਸਨ 'ਤੇ ਰੱਖਦੇ ਹਾਂ। ਤਾਂ ਆਪਾਂ ਕਿਹਨੂੰ ਮੰਨਦੇ ਹਾਂ? ਉੱਥੇ ਸਰਟੀਫਿਕੇਟ ਦਿਓ ਅਤੇ ਅਸੀਂ ਇਸ ਨੂੰ ਮੰਨਦੇ ਹਾਂ। ਸੋ ਮੇਰੇ ਵੀਰੋ, ਸਾਹਿਬ ਸੱਚੇ ਪਾਤਸ਼ਾਹ ਸਾਰਾ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਨ। ਕੂੜੀ ਕਿਰਿਆ ਕੱਢੇ ਕੁੱਟ, ਨਾਰ ਦੁਹਾਗਣ ਵੱਡੇ ਗੁੱਤ ਉਹਦੀ ਵੱਢ ਦਿੰਦਾ। ਜਦੋਂ ਕਿਸੇ ਦੀ ਗੁੱਤ ਵੱਢੀ ਜਾਵੇ, ਦੇਖੋ ਕੀ ਉਹਨੂੰ ਕੌਣ ਕੀ ਕਹਿੰਦਾ? ਨਾਰ ਦੁਹਾਗਣ ਵੱਡੇ ਗੁੱਤ, 100 ਦਰਿਆ ਦੇਵੇ ਸੁੱਟ, ਮੁੜ ਕੇ ਫੇਰ ਨਾ ਸਕੇ ਉੱਠ, ਸਤਯੁਗ ਬੱਚਾ ਲਏ ਜਗਾਈਆ। ਕੂੜੀ ਕਿਰਿਆ ਕੱਢੇ ਕੁੱਟ, ਨਾਰ ਦੁਹਾਗਣ ਵੱਡੇ ਗੁੱਤ, ਬਚਿਆ ਰਹੇ ਨਾ ਕੋਈ ਕਿਸੇ ਗੁੱਠ, 9 ਖੰਡ ਪ੍ਰਿਥਵੀ 7 ਦੀਪ, ਦੈ ਦਿਸ਼ਾ ਵੇਖ ਵਿਖਾਈਏ। ਸਾਰੀ ਸ੍ਰਿਸ਼ਟੀ 'ਤੇ ਸਤਿਗੁਰ ਪੂਰਾ ਪੁਰਖ ਕਾਲ, ਦੀਨ ਦਿਆਲ ਸ਼ਹਿਨਸ਼ਾਹ ਸੱਚਖੰਡ ਨਿਵਾਸੀ, ਜਿਸ ਨੂੰ ਕਹਿੰਦੇ ਰਾਜਿਆਂ ਦਾ ਰਾਜਾ, ਮਹਾਰਾਜ, ਸੱਚਖੰਡ ਨਿਵਾਸੀ ਸ਼ਹਿਨਸ਼ਾਹ। ਉਹ ਸਤਿਗੁਰ ਪੂਰਾ ਪੁਰਖ ਕਾਲ, ਦੀਨ ਦਿਆਲ ਸ਼ਹਿਨਸ਼ਾਹ, ਸ਼ੇਰ ਇੱਕੋ ਪਏ ਬੁੱਕ, ਸਭ ਦਾ ਭੰਨੇ ਖਾਕੀ ਚੰਮ ਬੁੱਤ ਚੰਮ, ਖਾਕੀ ਚੰਮ ਨੂੰ ਸਭ ਦੇ ਨੂੰ ਭੰਨਣ ਲਈ ਤਿਆਰ ਹੈ। ਖਾਲੀ ਵਿਖਾਏ ਇੱਕੋ ਠੁੱਠ, ਠੋਕਰ ਸਭ ਨੂੰ ਦੇ ਲਗਾਈਆ।
ज्योति जोत स्वरूपर आप अपनी कृपा कर। निर्गुण दाता इको एक नजरी आई आ, उसनों मनना है कि निर्गुण अकाल पुरख दा ही केवल इश मनना है। इत्थे पातशाह यही गल कर रहे हैं, इको एक नजरी आवेगा, पार ब्रह्म प्रवेश बटावेगा, ज्योति जामा मात पावेगा, सच सलोकी राग सुनावेगा, कोटन कोटि ब्रह्मंड चरना हेठ रखावेगा। ਆਪਾਂ ਤਾਂ ਕਿਹੜੇ ਪਾਣੀ ਦੇ, ਤੇ ਉਹ ਤਾਂ ਕੋਟਨ ਕੋਟ ਕਹਿੰਦਾ ਬ੍ਰਹਮੰਡਾਂ ਨੂੰ ਮੈਂ ਆਪਣੇ ਚਰਨਾਂ ਹੇਠ ਰਖਾਵਾਂਗਾ। ਵਿਸ਼ਨ ਵਰਮਾ ਸ਼ਿਵ ਕੁਰਲਾਵੇਗਾ, ਵਿਸ਼ਨ ਵਰਮਾ ਸ਼ਿਵ ਜਿਹਨੂੰ ਦੁਨੀਆ ਵਾਲੇ ਆਪਣੇ ਦੇਵਤੇ ਮੰਨਦੇ ਆ, ਪੂਜਾ ਕਰਦੇ ਹਨ, ਉਹ ਕੀ ਪਾਤਸ਼ਾਹ ਕੀ ਕਹਿੰਦੇ, ਜਦੋਂ ਮੈਂ ਇਹ ਖੇਡ ਕਰਾਂਗਾ, ਵਿਸ਼ਨ ਵਰਮਾ ਸ਼ਿਵ ਕੁਰਲਾਵੇਗਾ, ਹਰ ਕਾ ਭੇਵ ਕਿਸੇ ਨਾ ਆਵੇਗਾ, ਨਿਰਗੁਣ ਸਰਗੁਣ ਵੇਖ ਵਿਖਾਵੇਗਾ, ਅਬਗੁਣ ਕੂੜ ਪਾਰ ਕਰਾਵੇਗਾ, ਗੁਣਵੰਤਾ ਰਾਹ ਜਣਾਏਗਾ। ਗੁਣਵੰਤਾ ਸਾਰਿਆਂ ਗੁਣਾਂ ਦਾ ਮਾਲਕ, ਗਰੀਬ ਨਿਵਾਣਿਆ ਪੁਕਾਰ ਸੁਣ, ਫੜ ਬਾਹੋਂ ਗਲੇ ਲਗਾਵੇਗਾ। ਸਾਡੇ ਵਰਗੇ ਗਰੀਬ ਨਿਵਾਣਿਆ ਕੋਝੀਆਂ ਕਮਾਂ ਨੂੰ ਪਾਤਸ਼ਾਹ ਉਹਨਾਂ ਦੀ ਪੁਕਾਰ ਸੁਣ ਕੇ ਫੜ ਬਾਹੋਂ ਗਲੇ ਲਗਾਵੇਗਾ। ਵੱਡ ਹੰਕਾਰੀਆਂ ਵੱਡ ਚਿਰਵਾਣਿਆਂ, ਹੰਕਾਰੀ ਪਾਤਸ਼ਾਹ ਨੇ ਕੀ ਕਿਹਾ ਹੈ, ਜੇ ਬਚਿਆ ਜਾਂਦਾ ਨੀਵੇਂ ਹੋ ਕੇ ਬਚੋ, ਹੰਕਾਰੀ ਰਹਿਣ ਕੋਏ ਨਾ ਪਾਈਆ। ਇੱਥੇ ਵੀ ਕੀ ਕਹਿੰਦੇ ਆ, ਵੱਡ ਹੰਕਾਰੀਆਂ ਵੱਡ ਚਿਰਵਾਣਿਆਂ ਨਿਸ਼ਾਨ, ਵੱਡ ਹੰਕਾਰੀਆਂ ਵੱਡ ਚਿਰਵਾਣਿਆਂ ਨਿਸ਼ਾਨ ਮਿਟਾਵੇਗਾ। ਹੰਕਾਰੀ ਰਹਿ ਨਹੀਂ ਪਾਏਗਾ ਕੋਈ। ज्योति जोत स्वरूपा आप अपनी कृपा कर, अपना खेल खिलावेगा, अपना खेल करेगा, प्रभ किसे कोलों ना डरेगा। ये पूर्ण परमेश्वर है, इसलिए गुरु नानक पातशाह ने कहा नेक कलंक कोय उतरसी महाबली अवतार। पातशाह कहते शेरां दा शेर बलधारी सिंह, अपना जोर प्रगटावा दूजा सानी, नज़र कोई ना आई आ। ते इत्थे की कहते हैं, प्रभ किसे कोलों ना डरेगा, साचे तख्त आपे चढ़ेगा। साचे तख्त आपे चढ़ेगा, संघासन ते आप चढ़िया, तुसीं नहीं संघासन ते पातशाह नूं बिठाया। सच संघासन साचे तख्त आपे चढ़ेगा, सिर जगदीश ताज धरेगा। आप सिर जगदीश ताज धरेगा, ना जन्मेगा ना मरेगा, जो चाहे सो करेगा। तुसीं तां नहीं समझा सकते, जिवें वो कपूर सिंह बराड़ होनी इकट्ठे हो गए, पातशाह उत्थे गए मोगे, उन्होंने कहा पातशाह बीबियां आउंदियां ने तुहाडे कोल कन्नां 'च गल्लां करदियां ने, जे ये होए कि 9 फुट तो दूरों ही नमस्कार कर जिया करन। ते पातशाह ने कहा अच्छा बड़ा ही ठीक सलाह है, 9 फुट तो दूरों सारे सानू मैनू नमस्कार कर जिया करो, जिवें मंदिरां 'च तुसीं करदे हो दूरों ही। पर एक गल है कि तुहानू खड़े करूँगा पहरेदार, जे कोई बीबी फिर भी आ गई मेरे कोल तां तुहानू सज़ा देवांगा। फिर हथ जोड़न लगे, अपनी मनमत जिहड़ी करते हैं। इत्थे पातशाह की कहते हैं, ना जन्मेगा ना मरेगा, जो चाहे सो करेगा, बिन खंडियों तीर कमानों लड़ेगा। ज्योति जोत स्वरूपर आप अपनी कृपा कर, इको अखर नाम पढ़ेगा। सो इको अखर सो महाराज शेर सिंह विष्णु भगवान दी है। अगे बाणी चढ़ती है, इको अखर पढ़ावांगा, साचा खेल करावांगा, गुर अवतार नाल रलावांगा, पीर पैगंबर पढ़दा लावांगा, नूर इको नजरी आवांगा। इको नूर अलाही, नूर 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 इको नजरी आवांगा, जहूर अपना सच दर्शावांगा, कूड़ा फतूर अंत मिटावांगा, गुरूर गुरबत खाक मिलावांगा। गुरूर गुरबत नूर इको नजरी आवांगा, जहूर अपना सच दर्शावांगा, बेकसूर सर्व बचावांगा। जेड़े बेकसूर ने, पातशाह की कह रहे हैं, जेड़े बेकसूर ने, जेड़े कोई कसूर नहीं करते, मेरे बन के रहिंदे ने, उन्हां नूं मैं सब नूं बचावांगा। दस्तूर एक बखावांगा, कलयुग जरूर खपावांगा, कलयुग नूं जरूर खत्म करांगा। शाह गफूर इको नैन खिलावांगा, मुखिया मुख करावांगा, शमश अपनी जोत लावां, शमश वर्गियां नूं 14 लोक तवा मटावांगा। सो मेरे वीरो, ईसा उंगलियों उत्ते नचावांगा, मूसा डिगा फिर हिलावांगा। पातशाह अगे दसदे ने कि मैं सारे खेड करने ने, उन्होंने जगाना है कि मैं भगवान आ गया हाँ मातलोक विच। ये फग्गण की बाणी सी, पहली फग्गण 2019 विक्रमी, पढ़ लेना। 13 नंबर गंध की बाणी है। मेरे साहिब सच्चे पातशाह ने अपने खेड बारे आप कहा मैं इस तरह खेड कराँगा। सो तुहाडे नाल हर बाणी साझी करते हैं। साहिब सच्चे पातशाह के शब्द होर तुहाडे नाल गल्लां करदियां साझियां, तो कई गलतियां हो जांदियां। तुहाडे पासों साहिब सच्चे पातशाह पासों माफ़ी मंगदा होया मेरे वीरो, साहिब सच्चे पातशाह किस तरह कह रहे हैं, तो आप उस ते हो जाइए, क्योंकि समा जो उन्हें लिखा रहे हैं, समा तेजी नाल उधर वध रहा है। तो यही सतगुर, यही पूर्ण परमेश्वर है, जिसके लड़ लग्या, जिसके चरणों में झुकिया
ਅਸੀਂ ਇਸ ਮਾਤ ਲੋਕ ਦੇ ਭਵ ਸਾਗਰ ਤੋਂ ਪਾਰ ਜਾ ਸਕਦੇ ਹਾਂ, ਨਹੀਂ ਤਾਂ ਰੁਲਦੇ ਰਹਾਂਗੇ ਮਿੱਟੀ ਘੱਟੇ ਵਿੱਚ ਜਿਵੇਂ ਦੁਨੀਆ ਰੁਲਦੀ ਹੈ। ਸਾਡਾ ਇਹੀ ਸਾਡੀ ਬੇਨਤੀ ਪ੍ਰਵਾਨ ਕਰਨੀ ਮੇਰੇ ਵੀਰੋ, ਜਕਾਰਿਆਂ ਦਾ ਸਾਥ ਦੇਣਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਵੀਰ ਅਸ਼ੋਕ ਕੁਮਾਰ ਜੀ 10 ਮਿੰਟ ਵਾਸਤੇ, ਉਹਨਾਂ ਤੋਂ ਬਾਅਦ ਸਰਵਣ ਕਰਾਂਗੇ ਬੀਬੀ ਸੁਖਵੰਤ ਕੌਰ ਕਲਸੀਆਂ। ਉਹਨਾਂ ਤੋਂ ਬਾਅਦ ਬਹੁਤ ਉਮੀਦ ਹੈ ਭੈਣ ਜੀ ਦੇ ਦਰਸ਼ਨ ਕਰਾਂਗੇ। ਸੋ